ਇਹ ਜਿਹੜੀਆਂ ਗੁਰੂ ਪਦਵੀਆਂ ਨੇ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਇਹਨਾਂ ਨੂੰ ਲੋੜ ਹੈ ਦੁਨੀਆ ਕੋਲੋਂ ਸਿੱਖਣ ਦੀ। ਮਹਾਰਾਜ ਕਹਿੰਦੇ ਨਹੀਂ, ਜੇ ਦੁਨੀਆ ਤੋਂ ਸਿੱਖਣ ਆਏ ਫਿਰ ਸਤਿਗੁਰੂ ਨਾ ਖਵਾਉਂਦੇ। ਸਤਿਗੁਰੂ ਉਹ ਹੈ ਜੋ ਸਿਖਾਉਣ ਆਉਂਦਾ ਹੈ। ਬਾਣੀ ਕਹਿੰਦੀ ਹੈ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਜਨਮ ਤੋਂ ਹੀ ਆਇਆ ਗੁਰੂ ਅਰਜਨ ਗੁਰੂ ਨਾਨਕ। ਤੁਸੀਂ ਬ੍ਰਹਮ ਦੀ ਪਹਿਚਾਣ ਵਾਲੇ ਹੋ, ਤੁਸੀਂ ਬ੍ਰਹਮ ਵਿੱਚ ਅਭੇਦ ਹੋ। ਸੋ ਇਹ ਮੁਕਰਰ ਸੀ ਵੀ ਗੁਰੂ ਨਾਨਕ ਦਾ ਤਖਤ ਕਿਸ ਨੂੰ ਮਿਲਣਾ ਹੈ, ਕਿਹੜੇ 10 ਜਾਮੇ ਅਕਾਲ ਪੁਰਖ ਦੇ ਹੋਣਗੇ। ਵੈਸੇ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਸੇਵਾ ਸਿਮਰਨ ਨਾਲ ਇਹ ਤਖਤ ਮਿਲੇ, ਪਰ ਇੱਦਾਂ ਨਹੀਂ ਹੈ। ਸੇਵਾ ਸਿਮਰਨ ਬਾਬਾ ਬੁੱਢਾ ਜੀ ਦਾ ਵੀ ਕਿਸੇ ਨਾਲੋਂ ਘੱਟ ਨਹੀਂ ਸੀ, ਪਰ ਤਖਤ ਨਹੀਂ ਮਿਲਿਆ ਗੁਰੂ ਨਾਨਕ ਦਾ। ਬਾਣੀ ਸੇਵਾ ਸਿਮਰਨ ਹਰ ਦਾਤ ਤੇਰੀ ਝੋਲੀ ਸਿੱਖਾ ਪਵਾ ਸਕਦਾ ਹੈ, ਪਰ ਜੇ ਤੂੰ ਆਖੇ ਵੀ ਮੈਂ ਸੇਵਾ ਸਿਮਰਨ ਕਰਾਂ ਤੇ ਸਿੱਖਾਂ ਦਾ 12ਵਾਂ ਗੁਰੂ ਬਣ ਜਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਇਹ ਨਹੀਂ ਹੋ ਸਕਦਾ। ਤੂੰ ਮਹਾਂਪੁਰਸ਼ ਬਣ ਸਕਦਾ ਹੈ, ਸੰਤ ਬਣ ਸਕਦਾ ਹੈ, ਸ਼ਹਾਦਤ ਭਾਵੇਂ ਸ਼ਹੀਦ ਹੋ ਸਕਦਾ ਹੈ, ਵਡਿਆਈ ਖੱਟ ਸਕਦਾ ਹੈ। ਗੁਰੂ ਅਸੀਂ ਕੇਵਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਪੋਥੀ ਪਰਮੇਸ਼ਰ ਕਾ ਥਾਨ, ਇਸ ਨੂੰ ਹੀ ਮੰਨਦੇ ਆ। ਇਹਨਾਂ ਤੋਂ ਪਹਿਲਾਂ 10 ਗੁਰੂ ਸਾਹਿਬਾਨ ਨੇ। ਹੁਣ ਇਹ ਮੁਕਰਰ ਸੀ ਵੀ ਜਾਮਾ ਕਿਸ ਨੇ ਪਹਿਨਣਾ ਹੈ। ਸੋ ਇਹ ਸਾਰੀ ਦੇਵਨਿਤ ਗੁਰਾਂ ਦੀ ਬਣਾਈ ਹੈ। ਰਾਮ ਰਾਏ ਜੀ ਉਹਨਾਂ ਦੇ ਹੁਕਮ 'ਚ ਹੀ ਭਟਕੇ, ਕਿਉਂਕਿ ਗੁਰਤਾ ਲਿਖੀ ਹੋਈ ਹੈ, ਮੁਕਰਰ ਹੈ ਜਿਸ ਨੇ ਭੋਗਣੀ ਹੈ। ਮਹਾਰਾਜ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋ ਬੜੀਆਂ ਬਰਕਤਾਂ ਦੇ ਮਾਲਕ ਸਨ, ਉਹਨਾਂ ਦੇ ਅੰਦਰ ਬ੍ਰਹਮ ਦਾ ਗਿਆਨ ਸੀ, ਔਰ ਕਿਵੇਂ ਸਿੱਖ ਫਲਸਫੇ ਨੂੰ ਪ੍ਰਗਟ ਕਰਨਾ ਹੈ ਇਹ ਉਹ ਜਾਣਦੇ ਸਨ। ਜਦੋਂ ਸਾਰੇ ਗੁਰਤਾ ਦੇ ਚਿੰਨ੍ਹ ਡਿੱਠੇ ਗੁਰੂ ਹਰਿਰਾਏ ਸਾਹਿਬ ਨੇ, ਤੇ ਫਿਰ ਇਹ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਹੈ। ਤਖਤ ਬਹੈ ਤਖਤੇ ਕੀ ਲਾਇਕ, ਜੋ ਜੋਗ ਹੁੰਦਾ ਹੈ ਤਖਤ ਦਾ ਵਾਰਸ ਹੀ ਬਣਦਾ ਹੈ। ਮਹਾਰਾਜ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣੇ ਤੇ ਜੁਗ ਤੋਂ ਹੀ ਰਹੀ। ਬਾਬਾ ਸੱਤਾ ਬਲਵੰਡ ਜੀ ਨੂੰ ਪੜ੍ਹੋ, ਗੁਰੂ ਕੀ ਬਾਣੀ ਪੜ੍ਹੋ। ਬਾਣੀ ਕੀ ਕਹਿੰਦੀ ਹੈ? ਜੋਤ 오ਹਾ ਜੁਗ ਤਸਾਈ ਸਹਿ ਕਾਇਆ ਫੇਰ ਪਲਟੀ ਹੈ। ਅਨੰਤ ਜੋਤ, ਅਕਾਲ ਪੁਰਖ ਦੀ ਅਗੰਮੀ ਜੋਤ, ਉਹਨੇ ਸਰੀਰ ਬਦਲਿਆ ਹੈ ਗੁਰੂ ਹਰਿਰਾਏ ਤੋਂ, ਗੁਰੂ ਹਰਕ੍ਰਿਸ਼ਨ ਵਿੱਚ ਸਮਾਈ ਹੈ। ਤੇ ਜਿਵੇਂ 10 ਪਾਤਸ਼ਾਹ ਦੁਨੀਆ ਦੇ ਉੱਤੇ ਹੋਏ, ਅਗਰ ਧਿਆਨ ਮਾਰੋ ਉਹਨਾਂ ਦੀ ਜੁਗਤ ਇੱਕ ਹੀ ਰਹੀ ਹੈ, ਸੱਚ ਨੂੰ ਪ੍ਰਚੰਡ ਕਰਨਾ, ਸੱਚ ਨੂੰ ਪ੍ਰਗਟ ਕਰਨਾ, ਸੱਚ ਦਾ ਫਲਸਫਾ ਦੁਨੀਆ ਤੇ ਖਿਲਾਰਨਾ। ਜਦੋਂ ਤੁਸੀਂ ਇਹ ਗੱਲ ਸਮਝ ਗਏ ਨਾ, ਜੋਤ ਜਿਹੜਾ ਗੁਰੂ ਨਾਨਕ ਸਾਹਿਬ ਦੇ ਅੰਦਰ ਅਗੰਮੀ ਬਰਕਤਾਂ ਦਾ ਮਾਲਕ ਪਰਮੇਸ਼ਵਰ ਟਿਕਿਆ ਹੈ, ਉਸ ਦੀ ਹੈ। ਇਹ ਚੋਲਾ ਨਹੀਂ ਹੈ, ਕਿਉਂਕਿ ਜੇ ਚੋਲਾ ਜੋਤ ਹੋਵੇ ਤੇ ਜੋਤ ਅਕਾਲ ਪੁਰਖ ਤੇ ਮਿਟਦਾ ਨਹੀਂ ਹੈ। ਚੋਲਾ ਮਿਟ ਜਾਂਦਾ ਹੈ, ਸਰੀਰ ਮਿਟ ਜਾਂਦਾ ਹੈ। ਤੁਸੀਂ ਇਸ ਗੱਲ ਨੂੰ ਜ਼ਿਹਨ ਵਿੱਚ ਰੱਖਣਾ ਹੈ, ਸਰੀਰ ਨੂੰ ਗੁਰੂ ਨਹੀਂ ਕਿਹਾ, ਜੋਤ ਨੂੰ ਗੁਰੂ ਕਿਹਾ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਹਾਂ, ਸਰੀਰ ਦਾ ਅਦਬ ਅਸੀਂ ਮਨੁੱਖਾਂ ਨਾਲੋਂ ਵੱਧ ਕੇ ਇਸ ਲਈ ਕਰਦੇ ਹਾਂ ਕਿਉਂਕਿ 10 ਪਾਤਸ਼ਾਹੀਆਂ ਦੇ ਉਹ ਪਾਕ ਸਰੀਰ ਨੇ ਜਿੱਥੇ ਅਗੰਮੀ ਜੋਤ ਟਿਕੀ ਹੈ। ਇਹ ਨਹੀਂ ਅਸੀਂ ਕਹਿ ਸਕਦੇ ਵੀ ਸਰੀਰ ਦਾ ਅਦਬ ਨਹੀਂ ਕਰਨਾ, ਨਹੀਂ। ਸਰੀਰ ਵਿੱਚ ਵੀ ਜਦੋਂ ਅਗੰਮੀ ਜੋਤ ਖੁਦਾ ਦੀ ਟਿਕੀ ਤੇ ਸਾਡੇ ਸਰੀਰਾਂ ਨਾਲੋਂ ਤਾਂ ਕਿਤੇ ਵੱਧ ਕੇ ਬਰਕਤਾਂ ਨੇ ਉਸ ਸਰੀਰ ਅੰਦਰ। ਜੋਤ ਟਿਕ ਨਹੀਂ ਸੀ ਸਕਦੀ ਜੇ ਸਰੀਰ ਨਾ ਹੁੰਦਾ। ਜੇ ਤੁਸੀਂ ਆਖੋ ਅਸੀਂ ਸ਼ਬਦ ਦਾ ਸਤਿਕਾਰ ਕਰਦੇ ਹਾਂ, ਗਿਆਨ ਦਾ ਸਤਿਕਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਤੇ ਸਰੀਰ ਹੈ, ਇਹਦਾ ਨਹੀਂ ਕਰ ਸਕਦੇ, ਤੇ ਹਵਾ 'ਚ ਤੇ ਫਿਰ ਸ਼ਬਦ ਟਿਕ ਨਹੀਂ ਸਕਦਾ।
ਕਿਹਦਾ ਸਤਿਕਾਰ ਕਰੋਗੇ, ਕਿਹਦਾ ਅਦਬ ਕਰੋਗੇ। ਸਰੀਰ ਦਾ ਵੀ ਸਤਿਕਾਰ ਹੈ, ਪਰ ਸਮਝਾਉਣ ਦਾ ਮੇਰਾ ਪੱਖ ਇਹ ਹੈ, ਸਰੀਰ ਵੱਡਾ ਛੋਟਾ ਹੋ ਸਕਦਾ ਹੈ, ਦੀਵੇ ਦਾ ਆਕਾਰ ਵੱਡਾ ਛੋਟਾ ਹੋ ਸਕਦਾ ਹੈ, ਪਰ ਜੋਤ ਇੱਕ ਹੀ ਹੁੰਦੀ ਹੈ। ਫਿਰ ਜਿਹੜੀ ਜੋਤ ਦੀ ਰੌਸ਼ਨੀ ਹੈ ਉਹ ਵੀ ਗੁਰੂ ਨਾਨਕ ਸਾਹਿਬ ਵਾਲੀ ਗੁਰੂ ਹਰਕ੍ਰਿਸ਼ਨ ਦੀ ਹੋਵੇਗੀ। ਤੁਸੀਂ ਵੇਖੋ ਕੈਸੀ ਤਾਕਤ ਹੈ। 70-80 ਵਰ੍ਹਿਆਂ ਦੇ ਬਾਪੂ ਗੁਰੂ ਅਮਰਦਾਸ ਵਿੱਚ ਜਦੋਂ ਜੋਤ ਟਿਕਾਈ ਨਾ ਗੁਰੂ ਅੰਗਦ ਸਾਹਿਬ ਨੇ, ਇੰਨੀਆਂ ਅਜ਼ਮਤਾਂ ਦੇ ਮਾਲਕ ਬਣ ਗਏ। ਗੁਰਬਾਣੀ ਕਹਿੰਦੀ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਅਕਥ ਕਥਾ ਦੇ ਉਹ ਸੋਮੇ ਨੇ, ਭਾਵ ਜ਼ਬਾਨ ਕਥਨ ਨਹੀਂ ਕਰ ਸਕਦੀ ਕਿੰਨੀ ਅਜ਼ਮਤ ਹੈ ਗੁਰੂ ਅਮਰਦਾਸ ਵਿੱਚ, ਕਿੰਨੀ ਤਾਕਤ ਹੈ। ਹੁਣ ਉਹੀ ਜੋਤ ਐਵੇਂ 50 ਵਰ੍ਹਿਆਂ ਦੇ ਬਾਲਾ ਪ੍ਰੀਤਮ ਬਾਬਾ ਹਰਕ੍ਰਿਸ਼ਨ ਵਿੱਚ ਸਮਾਈ ਹੈ। ਉਹੀ ਸਿਆਣਪ, ਉਹੀ ਗਿਆਨ, ਉਹੀ ਦੁੱਖ ਨਿਵਾਰਨ ਦੀ ਬਿਰਤੀ, ਬਰਕਤ, ਅਜ਼ਮਤ ਗੁਰੂ ਹਰਕ੍ਰਿਸ਼ਨ ਵਿੱਚ ਆਈ ਹੈ। ਉਸੇ ਤਰ੍ਹਾਂ ਦੀ ਪ੍ਰੋੜਤਾ, ਉਸੇ ਤਰ੍ਹਾਂ ਦੀ ਦਿਵ ਦ੍ਰਿਸ਼ਟੀ, ਗਿਆਨ ਪ੍ਰਕਾਸ਼, ਹਰ ਅਜ਼ਮਤ ਗੁਰੂ ਨਾਨਕ ਸਾਹਿਬ ਵਾਲੀ 50 ਵਰ੍ਹਿਆਂ ਦੇ ਬਾਲਕ ਗੁਰੂ ਹਰਕ੍ਰਿਸ਼ਨ ਅੰਦਰ ਪ੍ਰਗਟ ਹੋ ਗਈ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਤੁਹਾਡੇ ਦਿੱਲੀ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ, ਔਰੰਗਜ਼ੇਬ ਲਿਲਕੜੀਆਂ ਲੈਂਦਾ ਰਿਹਾ ਦਿਦਾਰੇ ਦੇ ਦਿਓ, ਪਰ ਕਹਿੰਦੇ ਨਹੀਂ, ਤੇਰੀ ਕਰਨੀ ਜਾਬਰਾਂ ਵਾਲੀ ਹੈ, ਤੈਨੂੰ ਦਰਸ਼ਨ ਨਹੀਂ ਦੇਣੇ। ਸੁਭਾਅ ਨਹੀਂ ਬਦਲਿਆ, ਸੁਭਾਅ ਗੁਰੂ ਨਾਨਕ ਵਾਲਾ ਹੀ ਹੈ। ਬੜਾ ਕੋਮਲ ਜਿਹਾ ਸੁੰਦਰ ਸਰੀਰ ਸੀ, ਬੜਾ ਚਿਹਰੇ ਤੇ ਨੂਰ ਸੀ, ਰੂਹਾਨੀ ਆਭਾ ਝਲਕਾਰੇ ਮਾਰਦੀ ਸੀ ਚਿਹਰੇ ਤੋਂ। ਬਾਲ ਅਵਸਥਾ ਦੇ ਵਿੱਚ ਵੀ ਪੂਰੇ ਯੋਗ ਸਨ। ਵੈਸੇ ਵਿਦਵਾਨ ਪੁਰਸ਼ ਇੱਕ ਗੱਲ ਕਹਿੰਦੇ ਨੇ, ਧਰਮ ਦੀ ਦੁਨੀਆ ਵਿੱਚ ਉਮਰ ਮਾਇਨੇ ਨਹੀਂ ਰੱਖਦੀ। ਤੁਸੀਂ ਵੇਖੋ ਬਾਬਾ ਧਰੂ, ਬਾਬਾ ਪ੍ਰਹਿਲਾਦ, ਭਗਤ ਕਬੀਰ ਜੀ ਵਰਗੇ ਛੋਟੀ ਉਮਰੇ ਹੀ ਰੱਬ ਨਾਲ ਜੁੜ ਗਏ ਸਨ। ਬਾਬਾ ਫਰੀਦ ਜੀ ਨੂੰ ਛੋਟੇ ਹੁੰਦਿਆਂ ਹੀ ਮਾਂ ਨੇ ਸ਼ੱਕਰ ਦਾ ਲਾਲਚ ਦੇ ਕੇ ਨਮਾਜ਼ੀ ਬਣਾ ਦਿੱਤਾ ਸੀ। ਤੇ ਜਿਹਨੇ ਨਹੀਂ ਰੱਬ ਨਾਲ ਜੁੜਨਾ ਉਹ 100 ਵਰ੍ਹੇ ਦਾ ਹੋ ਕੇ ਵੀ ਨਹੀਂ ਜੁੜਦਾ। ਸੰਸਾਰੀ ਉਹ ਕਾਮਯਾਬ ਹੋ ਸਕਦਾ ਹੈ। ਆਪਾਂ ਕਹਿ ਸਕਦੇ ਦੁਨੀਆ ਵੇਖੀ ਹੈ ਜੀ, ਬਜ਼ੁਰਗ ਹੋ ਗਿਆ ਹੈ, ਇਹਨੂੰ ਸਿਆਣਪ ਹੈ, ਇਹਨੂੰ ਪੁੱਛ ਕੇ ਕਰਮ ਕਰੀਏ, ਕਾਮਯਾਬ ਹੋਵਾਂਗੇ। ਧਰਮ ਦੀ ਦੁਨੀਆ 'ਚ ਚਿਹਰੇ ਦੇ ਧੌਲੇ ਵੇਖ ਲੈਣੇ ਤੇ ਤੁਸੀਂ ਆਖੋ ਵੀ ਇਸ ਬਜ਼ੁਰਗ ਤੋਂ ਪੁੱਛ ਕੇ ਅੱਗੇ ਵਧੀਏ, ਇੱਦਾਂ ਦਾ ਕੁਝ ਨਹੀਂ ਹੈ। ਧਰਮ ਦੀ ਦੁਨੀਆ ਉਮਰ ਨੂੰ ਨਹੀਂ ਮੰਨਦੀ। ਜੇ ਮੰਨਦੀ ਹੁੰਦੀ ਤੇ 5 ਸਾਲਾਂ ਦੇ ਬੱਚੇ ਨੂੰ ਦੁਨੀਆ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ। 18-20 ਸਾਲ ਡੀਕਿਆ ਜਾਂਦਾ, ਜੇ ਗੱਡੀ ਚਲਾਉਣ ਲਈ ਲਾਇਸੈਂਸ ਚਾਹੀਦਾ ਹੈ ਤੇ ਵਿਆਹ ਕਰਾਉਣਾ ਹੈ ਫਿਰ ਡੀਕੋ 18-20 ਸਾਲ ਉਮਰ ਹੋਵੇ। ਕਿਸੇ ਸੁਸਾਇਟੀ ਦਾ ਆਗੂ ਬਣਾਉਣਾ ਹੈ 30-32 ਸਾਲ ਦਾ ਹੋਵੇ ਤੇ ਆਪਾਂ ਬਣਾਵਾਂਗੇ, ਉਦੋਂ ਪਹਿਲਾਂ ਨਹੀਂ। ਪਰ ਇਹ ਦੁਨਿਆਵੀ ਤਖਤਾਂ ਦੀ ਬਾਤ ਹੈ, ਅਧਿਆਤਮਕ ਦੁਨੀਆ ਵਿੱਚ ਉਮਰ ਨਹੀਂ ਗਿਣੀ ਜਾਂਦੀ। ਇੱਕ ਪਰਸ਼ੀਅਨ ਦਾ, ਫਾਰਸੀ ਦਾ ਵਿਦਵਾਨ ਕਹਿੰਦਾ, ਬਜ਼ੁਰਗੀ ਬਾ ਅਕਲ ਨਾ ਬਸਾਲ। ਬਜ਼ੁਰਗੀ ਗਿਆਨ ਨਾਲ ਹੈ ਧਰਮ ਅੰਦਰ, ਬਜ਼ੁਰਗੀ ਗੁਣਾਂ ਨਾਲ ਹੈ, ਨਿਰਮਲ ਬੁੱਧੀ ਨਾਲ ਹੈ, ਚੌਂਕੜੇ ਨਾਲ ਹੈ, ਧੌਲਿਆਂ ਨਾਲ ਨਹੀਂ ਹੈ ਧਰਮ ਅੰਦਰ। ਮਹਾਰਾਜ ਭਾਈ ਨੰਦ ਲਾਲ ਜੀ ਉਹ ਵੀ ਇਹ ਗੱਲ ਕਹਿੰਦੇ ਨੇ। ਉਹਨਾਂ ਮਹਾਂਪੁਰਸ਼ਾਂ ਦੀ ਫਾਰਸੀ ਦੇ ਇਹ ਬੋਲ ਨੇ। ਉਹ ਆਖਣ ਲੱਗੇ, ਬਸ ਬਜ਼ੁਰਗੀ ਹਸਤ ਅੰਦਰ ਯਾਦ ਊ, ਯਾਦ ਊ ਕੁਨ, ਯਾਦ ਊ ਕੁਨ, ਯਾਦ ਊ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੀ ਕਸ਼ੀ ਸ਼ਰਮੰਦਗੀ। ਬਜ਼ੁਰਗੀ ਬੰਦਗੀ ਨਾਲ ਹੈ, ਕਹਿੰਦੇ ਚੌਂਕੜਾ ਲਾ ਲੈ, ਬਜ਼ੁਰਗੀਆਂ ਮਾਣ, ਸ਼ੁਭ ਗੁਣਾਂ ਦਾ ਧਾਰਨੀ ਹੋ ਜਾ, ਸ਼ਰਮਿੰਦਾ ਨਾ ਹੋਈ ਦਰਗਾਹ ਵਿੱਚ ਜਾ ਕੇ ਕਿਤੇ। ਸੋ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ, ਪੁੱਛੋ ਜੀ ਭਗਤੀ ਕਿੱਦਾਂ ਕਰੀਏ, ਕੋਈ ਬਾਪੂ ਲੱਭੀਏ 100 ਸਾਲ ਦਾ, ਉਹ ਸਿਆਣਾ ਹੈ, ਦੁਨੀਆ ਵੇਖੀ ਹੈ ਉਸਨੇ। ਕਹਿੰਦੇ ਦੁਨੀਆ ਵੇਖੀ ਹੈ, ਅਧਿਆਤਮਕ ਦੁਨੀਆ ਵਿੱਚ ਉਮਰ ਨਹੀਂ ਵੇਖੀ ਜਾਂਦੀ।
इत्थे राम जपो जी ऐसे ऐसे ध्रुव प्रहलाद जपिओ हर जैसे। सानू कहंदे जे सिक्ख्या लैनी है राम नू जपण दी, अकाल पुरख नू ध्याउण दी, ध्रुव प्रहलाद तो लै ला। उम्र की है 5 कुछ वरे सारी। सो जदों 10 पातशाहियां दी तुसी उम्र वेखोगे ना, हुण गुरु गोबिंद सिंह 9 साल दे ने, गुरता दे वारस बने। गुरु हरगोबिंद साहब 11 साल दे ने। गुरु अंगद साहब जवानी विच ने। गुरु नानक साहब उन्हां दा ते आगाज़ ही खुदा दे स्वरूप दे तौर ते हुंदा है। बाबा हरकृष्ण जी एवें 5 वरियां दी छोटी जी अवस्था है। गुरु अमरदास जी बुजुर्ग सन। सो इत्थे बंदगी इबादत चौंकड़ा धर्म विच वेख्या जाता है। उम्र नाल धर्म दा तख्त नहीं मिलता। फिर हुक्म मनना ये सब तो वड्डा गुण है। हुक्म मन्निया होवे परवान तां खसमै का महल पाए सी। बाबा राम राय ने हुक्म नहीं मन्निया। गुरु नानक दे आशे दे उल्ट गुरु हर राय साहब कहते नहीं जाना, वो चले गए। गुरु हरकृष्ण हुक्म विच चलदे ने, तख्त दे वारस बन गए। दिल्ली विच औरंगजेब दे कन्न भरे ने राम राय जी ने। हक मेरा सी, तख्त दे मालक मेरे छोटे भाई नूं गुरु हरकृष्ण नूं मेरे पिता ने बनाया है। हक दवाओ, दिल्ली सदो उन्होंने। औरंगजेब बड़ा खुश है भी हुण समा आ गया गुरु कियां विच दरार पाउण दा। मोहरा बाबा राम राय नूं बनाया है। सोचदा ये है भी वड्डा भाई राम राय मेरे हत्थ विच है, जे गुरता गद्दी इनू दवा देवां ते सारे भारत वर्ष दे जिहड़े सिख हिंदू ने, जिहड़े गुरु घर नूं मंनदे ने, वो भी मेरे पिछे चलणगे। हौली हौली कलमा पढ़ावांगा, मुसलमान बनावांगा। छोटे गुरु हरकृष्ण नूं सद लैना इन्हां दे भाई नूं, जे मेरे कहणे विच आ गए ते पौं 12, ते जे कहना ना मन्निया दोवां भरावां नूं लड़ावांगा, इन्हां दा खुरा खोज मिटावांगा, ते फिर भारत वर्ष विच कलमा पढ़ावांगा, सारे मुसलमान होणगे। ते राम राय जी ये विਉਂਤ घड़ी बैठे ने भी औरंगजेब ने गुरु हरकृष्ण नूं जे सद्या वो आ गए, ते साडे पिता दा ये हुक्म सी भी ये जाबर है औरंगजेब दे मथे नहीं लगना। ते जे गुरु हरकृष्ण मथे लग गए, मैं संगत विच रौला पावांगा। बचन इन्हां भी गुरु दा मोड़ दिता है, ते संगत मेरे पक्ष विच हो जाएगी। इस तरह विਉਂਤ घड़ी गई। ते जे गुरु हरकृष्ण औरंगजेब दे सदे ते दिल्ली नहीं आउंदे ते भारत दी हुकूमत नाल वैर खड़ा होवेगा, बागी हो जाणगे, ते फिर उन्हां नूं खत्म कर देवेगा औरंगजेब। सो ये गूंदा गुंदियां गईयां दिल्ली दे अंदर। महाराज गुरु हर राय साहब दा हुक्म सी, नह मलेश को दर्शन दै है, इहदे मथे नहीं लगना औरंगजेब दे। खैर अज सदा पहुंचिया गुरु हरकृष्ण साहब नूं, ते भेजिया गया है सदा राजा जय सिंह दे राही। उहदे कासिद गए ने। औरंगजेब जानदा सी मेरे सदे ते गुरु हरकृष्ण ने नहीं आउणा, क्योंकि इन्हां दे पिता नहीं सी आए। राजा जय सिंह दा सदा गया जी, संगत याद करदी है असीं तुहाडे दर्शन लोचदे हैं। संगतां दीयां बेनतियां नूं प्रवान करके महाराज तैयार होए, पर कासिद नूं एक गल कह दित्ती भी असीं औरंगजेब दे मथे नहीं लगना ते संगत नूं दर्शन देवांगे। महाराज ने कीरतपुर साहब पाक धरती तो चाले पाए दिल्ली वाल नूं। संगतां नूं दर्शन दिंदे तारदे आ रहे ने। अंबाले दे इलाके विच पहुंचे पंजोखरे, जिथे पंजोखरा साहिब गुरुद्वारा है। इत्थे डेरा लगा, संगतां नाल ने। जदों महान कोश तुसी पढ़दे हो तो नाम पंडित का आउंदा है लाल चंद। जदों ज्ञानी ज्ञान सिंह नूं पढ़दे हो पंथ प्रकाश, उत्थे शिवदत्त नाम आउंदा है।
कई बार इतिहासकारां दा पक्ष बदल जाता है। ज़्यादा प्रचलित लाल चंद होया। पंथ प्रकाश के बोल ने तह एक पंडित शिवदत्त नामी था मादक विद्या मत खामी। बड़ा हंकारी पंडित सी, कहते चतुर्बखता, विद्या का बड़ा मान सी उसनूं। वो वेख के रौनक मेला कहता किस दा समाज है? कहते गुरु हरकृष्ण साहब का डेरा लगा है। एडा वड्डा नाम, कहता साडे मुरशद श्री कृष्ण होए ने, कहता और अवतार सन उस समय दे, और इन्नी अजमत देव भाषा विच संस्कृत विच गीता उचारी है। ये नाम तुहाडे गुरु ने वड्डा रखा लिया। उम्र की है? कहते थोड़ी है अजे। बचपन विच ने दिल्ली नूं जा रहे सन, 7 साल तो उपर उम्र सी। कहता अच्छा इन्हां संस्कृत विच गीत ते की गाउणे ने, इन्ना ही कर देण भी ये गीता दे अर्थ करके मैनू सुना देण, मन लवांगा नाम दे काबल ने, योग ने। वो कृष्ण सी, उहदे नूं वड्डा नाम हरकृष्ण रखाई बैठे ने। तुसीं वेखा वेखी गुरु नानक दे तख्त दे मालक समझ के मत्था टेकी जांदे हो। है भी है कुछ इन्हां दे अंदर। वो शरीर नूं गुरु समझ बैठा सी, उन्होंने नहीं सी पता भी जोत गुरु नानक दी है। जोत ओहा जुगत साई सहकाया फेर पलटीए। करामात गुरु नानक दी है अंदर इन्हां दे। सिख कहते पंडिता हंकार ना कर, साडा गुरु अजमती है, साडा गुरु पूरा है। श्री नानक गादी पर थित हैं, हर अवतरे सुबत समचित हैं। गुरु नानक दे तख्त दा वारस है जो हरि दा स्वरूप सन गुरु नानक। तेरे सवालों का जवाब देणगे। गुरु नानक देव गोविंद रूप, अकाल पुरख का रूप ने गुरु नानक। वो बरकत इन्हां च हुण वरत रही है। पंडित नूं महाराज दे सामने खड़िया, उन्हें तर्क साधी। कहता महाराज तुहाडा नाम बड़ा वड्डा है। श्री कृष्ण ने गीता उचारी सी, तुसीं इदां करो गीता दे अर्थ कर दिओ ते मैं मन लवांगा भी वाकया ही गुरु नानक दियां अजमतां दे मालक हो। वाकया ही तुहाडे ये नाम जोग है जो तुसीं रखवाया है। ते जे अर्थ ना कर सके तो वेखा वेखी सिख मत्था टेकी जाते ने। ये फिर तुहाडी जिहड़ी है शोभा, ये समझांगा दिखावे मात्र है, पल्ले कुछ है नहीं है। महाराज हस पे कहते पंडिता रोका, जे मैं अर्थ कर दिते तू कहना गुरु घर माया बड़ी है। धनी ने पैसे दे के किसी विद्वान कोलों विद्या सिख लई होनी है छोटी उम्रे। तू इदां कर भी इस नगर विचों कोई भी बंदा लिया, असीं उहदे कोलों अर्थ करवा देवांगे। हुण संस्कृत देव भाषा है, ये ब्राह्मण तो बिना होर किसी नूं सिखाउंदे नहीं। ते जेड़ा पंडित सी ना बड़ा खुश होया, पिंड विच गया ते इन्हें एक छज्जू झूरां दे काके नूं नाल लै लिया। जदों उसनूं नाल लै लिया, हंकारे हुए पंडित ने गुरां दे सन्मुख बिठाउणा कीता है, सामने बिठाउंदा है। वो खल भी सी, मूर्ख सी, और ओदी जुबान भी कवि जी कहंदे ने रुकी हुई सी, बोल नहीं सी सकदा। महाराज ने सिर दे उत्ते छड़ी लाई है, छड़ी रखी है। पंडित सामने बैठा है, खुश बड़ा है। कारण की है भी अज गुरु कियां दी पिठ लगेगी, अज मेरी जय जयकार होवेगी। कवि जी कहंदे ने सूरज प्रकाश विच गयो नगर मह धीवर हेरा, घर घर नित जल टोए कनेरा महामूड।
बोलत नह जानै पेट भरन लो कारज ठानै। कमला सी, गलूआ बंद सी, बोल नहीं सी सकदा, अल्फाज चलते नहीं सन, दिहाड़ी दप्पा करके ढिड भरदा सी। अज महाराज सावें बैठा है ते छड़ी ला के ना, महाराज छोटी जी छड़ी रखते सी कोल, जिवें बच्चों का सुभाव हुंदा ना, कोई डंडा लैके ते खेडदे रहना, फुल्लां दी छड़ी हुंदी सी कोल। उहनूं कहिंदे झूर। पंडित दी विचार रूपी निगाह गई है घट, विचार रूपी नेत्रां विच मोतिया निकल आया अंकार दा। इहदा इलाज करना है आपां अज, जिस कारण इनू ईश्वर की जोत नहीं दिख रही साडे विच, परमात्मा नहीं नज़र नहीं आ रहा। तो तू इदां कर, ये विचार करनी चाहुंदा है, गीता दे नूं अर्थ करके सुना दे। ਇਹਦੇ अंदर ਜਿਹੜਾ भी फुरना है ਉਹਦਾ उत्तर दे तू। ਇੰਨੀ ਕਹਿਣ ਦੀ देर सी, ਜਿਹੜਾ ਗਲੂਆ ਬੰਦ ਪਿਆ ਸੀ ਨਾ, विद्वान पुरुष कह देंगे गुंगा सी चूर, मूर्ख तो है ही सी। कवि संतोख सिंह जी कहते ने उस गलूए चों गुरु हरकृष्ण की कृपा नाल बोल प्रगट होए संस्कृत दे शस्त्रज्ञ धीवर बनियो सुरबानी कह ताही कस मन शास्त्र प्रवृत दिज कहो पूर्व मुझ पाही। कहंदा ऐ पंडित जी तुसी किस शास्त्र विच प्रवृत्ति हो, मैनू कहो पहला, तुहाडे की शंके ने, मैं जवाब देवांगा। पंडित उथे ही ढेर हो गया भी मैं कमला रमला, मैं गुंगा बोला समझ के इसनूं लिआया, इहदी जुबान चल किवें पई है, ते जे चल ही पई है ये झीवर है, ये शूदर है। शूदर नूं संस्कृत वेद ये पढ़ाए नहीं जाते, ज्ञान कित्थों हो गया संस्कृत दा इसनूं। वो इन्ना चक्रित होया, वो जिहड़े अंदर सवाल सी ना गुरु ते उठाने, सुध बोधी भुल गई, समझ ना लगे भी हुण की पुछां इहनूं। जिहड़ा संस्कृत बोल रहा है वो गीता दा तां उत्तर देवेगा ही। ते गुरु साहब ने वेख्या भी पंडित डोल गया है, अल्फाज मुक गए ने इहदे। कहते झूर ये अंदर जिहड़े सवाल ने ना, हुण उन्हां दे उत्तर आपे ही दई जाए, तो बोलण जोगा नहीं छड्डिया गुरु नानक ने। वो जो अंदर फुरने सी, जो गलूए चों बोल ना सकिया, वो पंडित उस अजू झूर ने कले कले सवाल का जवाब दिता। तो पुछो गुरु ग्रंथ साहिब तो भी जिहदे ते गुरु की कृपा होवे। ये ठीक है, गुरु च करामात है, बिन बोलिया सब किश जानदा। की गुरु के सेवकां नूं ताकत मिल जाती है? हुण जे समुंदर विच बहुती ताकत है तो नदियां भी तो उहदा ही रूप ने ना, थोड़ी बहुती ताकत है नदी च भी होवेगी। ते महाराज कहंदे ने अंतर की गत गुरमुख जाणै। गुरमुख अंदर दी गत जानते ने, तुहाडे अंदर की चलता है महापुरुष जान लेंदे ने, साधु जान लेंदे ने। गुरमुख नोज द कंडीशन ऑफ द इनर मोस्ट, तेरे अंदर की चलता है मैं नहीं जानता, ना तू जानता मेरे अंदर की है, पर गुरु दे प्यारे गुरमुख जानते ने, महापुरुष जानते ने। खैर बड़िया बड़िया सभावां नूं जितन वाला पंडित चक्रित होया, गुरु साहिब दे चरनां विच डिग्गिया, चरनामृत लैके सिख होया। हुण पुछो गुरु ग्रंथ साहिब तो, तू गुंगे बोलन ला दिना ऐ गुरु गोबिंद सिंह, ऐ दसो पातशाहियो तुहाडे च अजमत है। गुरु गोबिंद सिंह दे ए बोल ने, सुनै गुंग जो जाहे सो रसना पावई, सुनै मूड चित लाए चतुरता आवई। गुरु की बाणी, गुरु के बोल मूर्ख सुन लवे तो चतुर्वक्ता हो निबड़दा है।
ਗੂੰਗੇ ਬੋਲਣ ਲਾ ਦਿੰਦੀ ਹੈ ਬਾਣੀ। ਗੁਰੂ ਗ੍ਰੰਥ ਸਾਹਿਬ ਤੁਸੀਂ ਦੱਸੋ ਇਹ ਹੋ ਸਕਦਾ ਹੈ? ਕਹਿੰਦੇ ਗੂੰਗਾ ਭਗਤ ਗਾਵੇ ਬਹੁ ਛੰਦ, ਜਿਉ ਅੰਧਲੇ ਵੇਖਤ ਹੋਏ ਆਨੰਦ। ਪਿੰਗਲ ਪਰਬਤ ਪਰਤੇ ਪਾਰ, ਹਰ ਕੈ ਨਾਮ ਸਗਲ ਉਧਾਰੇ। ਨਾਮ ਦੀ ਬਰਕਤ ਹੈ, ਸਭ ਦਾ ਹੀ ਉਧਾਰ ਕਰਦਾ। ਪਿੰਗਲੇ ਚੱਲਣ ਲਾ ਦਿੰਦਾ ਨਾਮ, ਗੂੰਗੇ ਬੋਲਣ ਲਾ ਦਿੰਦਾ ਹੈ, ਅੰਨਿਆਂ ਨੂੰ ਦਿਖਣ ਲਾ ਦਿੰਦਾ ਹੈ। ਥੋੜ੍ਹੇ ਦਿਨ ਪਹਿਲਾਂ ਦੀ ਕਰਾਮਾਤ ਹੈ ਹਰਿਮੰਦਰ ਸਾਹਿਬ। ਉਹ ਅੰਮ੍ਰਿਤ ਵੇਲੇ ਜਿਹੜੇ ਟੀਵੀ ਲਾਉਂਦੇ ਨੇ ਜਾਂ ਦਰਸ਼ਨ ਕਰਨ ਜਾਂਦੇ ਨੇ, ਉਹਨਾਂ ਭੱਟ ਸਾਹਿਬਾਨਾਂ ਦੇ ਸਵਈਏ ਸੁਣੇ ਹੋਣੇ ਜੋ ਬਜ਼ੁਰਗ ਗਾਉਂਦੇ ਨੇ, ਔਰ ਉਹਨਾਂ 'ਚੋਂ ਇੱਕ ਬਜ਼ੁਰਗ ਦੀ ਨਜ਼ਰ ਨਹੀਂ ਸੀ। ਅਸਾਲ ਦੇ ਇਰਦ ਗਿਰਦ ਹੀ ਇਹ ਘਟਨਾ ਵਾਪਰੀ ਹੈ। ਉਹਨਾਂ ਇੰਟਰਵਿਊ ਦਿੱਤੀ ਸੀ ਵੀ ਮੇਰੀ ਨਜ਼ਰ ਵਾਪਸ ਆ ਗਈ ਹੈ। ਦੇਖੋ, ਇਹ ਜ਼ਰੂਰੀ ਨਹੀਂ ਹੁੰਦਾ ਵੀ ਹਕੀਮ ਹਰ ਇੱਕ ਦਾ ਇਲਾਜ ਕਰੇ। ਜਿਹਦੀ ਭਾਵਨਾ ਹੋਵੇ ਇਲਾਜ ਉਹਦਾ ਹੀ ਹੁੰਦਾ ਹੈ। ਇਹ ਤਰਕ ਕਰ ਦਿੰਦੇ ਨੇ ਕਈ, ਲੈ ਜੇ ਗੁਰੂ ਰੋਗ ਸੋ ਕਰਦਾ ਹੈ ਤੇ ਹਸਪਤਾਲਾਂ ਦੀ ਕੀ ਲੋੜ ਹੈ? ਤੇ ਮੈਂ ਕਹਿੰਦਾ ਉਹਨਾਂ ਹਸਪਤਾਲਾਂ ਦੀ ਤੇਰੇ ਵਰਗਿਆਂ ਨੂੰ ਲੋੜ ਹੈ ਜਿਹੜੇ ਸ਼ੱਕ ਕਰਦੇ ਨੇ ਗੁਰੂ ਦੀ ਤਾਕਤ 'ਤੇ। ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੈ ਨਾ, ਜਦੋਂ ਮੈਡੀਕਲ ਸਾਇੰਸ ਬਾਹਾਂ ਖੜੀਆਂ ਕਰ ਦਿੰਦੀ ਹੈ, ਉਦੋਂ ਗੁਰੂ ਉਹਨਾਂ ਨੂੰ ਹਰਿਆ ਭਰਿਆ ਕਰਦਾ। ਇਹਨੂੰ ਕਹਿੰਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਦੁੱਖ ਦੂਰ ਕਰ ਦਿੰਦਾ ਹਾਂ। ਗੂੰਗੇ ਬੋਲਣ ਲਾ ਦਿੰਦਾ ਹੈ। ਮੁੱਕਦੀ ਗੱਲ ਇਹ ਹੈ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਸਮਰੱਥ ਦਾ ਮਤਲਬ ਹੁੰਦਾ ਹੈ ਇੰਨੀ ਅਜ਼ਮਤ ਹੈ ਜੋ ਚਾਹੇ ਕਰ ਸਕੇ। ਬੰਦਾ ਕੋਈ ਸਮਰੱਥ ਨਹੀਂ ਹੈ, ਅਸੀਂ ਅਲਪੱਗ ਹਾਂ, ਗੁਰੂ ਸਰਬੱਗ ਹੈ। ਸਾਡੀ ਤਾਕਤ ਤੇ ਗੁਰਾਂ ਨੇ ਆਪ ਹੀ ਦੱਸੀ ਹੈ। ਕਹਿੰਦੇ ਨਰ ਚਾਹਤ ਕਛੇ ਔਰੇ ਕੀ ਔਰੇ। ਇਹ ਜੋ ਚਾਹੁੰਦਾ ਉਹ ਕਦੇ ਵੀ ਨਹੀਂ ਹੁੰਦਾ, ਜੋ ਗੁਰੂ ਚਾਹੁੰਦਾ ਹੈ ਹੁੰਦਾ ਉਹ ਹੈ। ਗੂੰਗਾ ਬੋਲਣ ਲੱਗ ਪਵੇ, ਗੁਰੂ ਨੇ ਚਾਹਿਆ ਤੇ ਬੋਲ ਪਿਆ। ਬਾਣੀ ਚੋਂ ਸਿੱਧ ਕਰ ਵੀ ਗੁਰੂ ਗੂੰਗੇ ਨਹੀਂ ਬੋਲਣ ਲਾ ਸਕਦਾ, ਫਿਰ ਮੰਨਾਂਗੇ ਵੀ ਇਤਿਹਾਸ ਝੂਠਾ ਹੈ। ਤੇ ਜਦੋਂ ਬਾਣੀ ਇਹ ਗੱਲ ਕਹਿ ਰਹੀ ਹੈ, ਮਾਈ ਗੁਰੂ ਇਜ਼ ਆਲ ਪਾਵਰਫੁਲ, ਕੋਈ ਅਲਫਾਜ਼ ਹੈ ਨਹੀਂ ਉਹਨੂੰ ਬਿਆਨ ਕਰਨ ਦੇ ਜਿੱਡਾ ਤਾਕਤਵਰ ਹੈ, ਸਮਰੱਥ ਹੈ, ਜੋ ਚਾਹੇ ਕਰ ਸਕਦਾ। ਜੇ ਤੂੰ ਆਖੇ ਵੀ ਨਹੀਂ ਇਹ ਹੋ ਸਕਦਾ, ਫਿਰ ਇਹ ਤੇ ਗੁਰੂ ਨਾਲ ਮੱਥਾ ਲਾ ਰਿਹਾ ਹੈ ਤੂੰ। ਅਸੀਂ ਕਿਹਦੀ ਮੰਨਣੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਈ। ਨਿਰੰਕਾਰ ਦੀ ਬਾਣੀ ਤੇ ਕਹਿੰਦੀ ਹੈ ਗੁਰੂ ਸਮਰੱਥ ਹੈ, ਕੁਝ ਵੀ ਕਰ ਸਕਦਾ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਪਰਮੇਸ਼ਵਰ ਹੈ ਗੁਰੂ। ਪਾਰਾਵਾਰ ਨਹੀਂ ਹੈ ਜਿਹਦੀ ਤਾਕਤ ਦਾ ਪਾਇਆ ਜਾ ਸਕਦਾ, ਨਾ ਉਰਲਾ ਕੰਢਾ ਲੱਭੇ ਤੇ ਨਾ ਪਰਲਾ ਕੰਢਾ ਲੱਭੇ ਉਹਦੀ ਤਾਕਤ ਦਾ। ਐਸੀ ਮਹਾਨ ਹਸਤੀ ਨੇ। ਖੈਰ, ਇੱਥੋਂ ਮਹਾਰਾਜ ਅੱਗੇ ਚੱਲੇ ਨੇ। ਆ ਤੁਹਾਡੀ ਦਿੱਲੀ ਵਿੱਚ ਪਹੁੰਚਦੇ ਨੇ, ਲਾਲ ਚੰਦ ਨੂੰ ਸਿੱਖ ਬਣਾ ਕੇ। ਰਾਜਾ ਜੈ ਸਿੰਘ ਅੱਗੋਂ ਲੈਣ ਆਉਂਦਾ ਹੈ ਰਾਏ ਸੀਨਾ ਦੇ ਵਿੱਚ, ਜਿੱਥੇ ਉਹਦਾ ਰਾਜ ਮਹਿਲ ਸੀ, ਅੱਜ ਕੱਲ੍ਹ ਬੰਗਲਾ ਸਾਹਿਬ ਗੁਰਦੁਆਰਾ। ਇੱਥੇ ਪੜਾ ਲਵਾਇਆ ਜਾਂਦਾ ਹੈ। ਔਰੰਗਜ਼ੇਬ ਨੇ ਇੱਛਾ ਜ਼ਾਹਰ ਕੀਤੀ ਦਰਸ਼ਨਾਂ ਦੀ। ਮਹਾਰਾਜ ਨੇ ਔਰੰਗਜ਼ੇਬ ਨੂੰ ਇੱਕ ਗੱਲ ਆਖੀ, ਕਹਿੰਦੇ ਦੇਖ ਮੇਰਾ ਵੱਡਾ ਭਾਈ ਤੇਰੇ ਕੋਲ ਆਏ ਔਰ ਤੇਰੇ ਨਾਲ ਰਾਜਸੀ ਮਸਲਿਆਂ 'ਤੇ ਗੱਲਬਾਤ ਕਰਦਾ ਹੈ ਤੇ ਸਹਿਮਤ ਵੀ ਹੈ। ਸਾਡੀ ਡਿਊਟੀ ਪਿਤਾ ਜੀ ਨੇ ਸਤਨਾਮ ਦਾ ਉਪਦੇਸ਼ ਲੋਕਾਈ ਨੂੰ ਦੇਣ ਦੀ ਲਾਈ ਹੈ। ਅਸੀਂ ਰਾਜਾ ਉਪਦੇਸ਼ ਦੇ ਰਹੇ ਹਾਂ, ਤੇਰੇ ਕੋਲ ਉਹ ਆਵੇ ਜਿਹਨੂੰ ਕੋਈ ਲੋੜ ਹੈ, ਗਰਜ਼ ਹੈ। ਗੁਰੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਅਸੀਂ ਤੇਰੇ ਕੋਲ ਆ ਕੇ ਕੀ ਕਰਨਾ ਹੈ। ਬਾਣੀ ਕਹਿੰਦੀ ਹੈ ਵੇ ਮੋਹ ਤਾਜਾ ਵੇ ਪਰਵਾਹੋ, ਨਾਨਕ ਦਾਸ ਕਹੋ ਗੁਰ ਵਾਹੋ। ਗੁਰੂ ਬੇਮੁਹਤਾਜ ਹੈ, ਮੁਹਤਾਜ ਨਹੀਂ ਕਿਸੇ ਦਾ, ਕਿਸੇ ਅੱਗੇ ਝੁਕਦਾ ਨਹੀਂ ਹੈ। ਗੁਰੂ ਇਜ਼ ਐਬਸੋਲਿਊਟਲੀ ਇੰਡੀਪੈਂਡੈਂਟ। ਸਾਨੂੰ ਝੁਕਣਾ ਪਤਾ ਕਿਉਂ ਪੈਂਦਾ? ਕੁਝ ਮੰਗਣਾ ਪੈਂਦਾ ਹੈ ਕਿਸੇ ਨਾ ਕਿਸੇ ਕੋਲੋਂ। ਗੁਰੂ ਤੇ ਦਾਤਾ ਹੈ, ਉਹਨੂੰ ਕੀ ਲੋੜ ਹੈ ਰਾਜਿਆਂ ਦੀ? ਗੱਲ ਕਾਹਦੀ? ਦਰਸ਼ਨ ਨਹੀਂ ਦਿੱਤੇ। ਉਹਨੇ ਆਪਣਾ ਲਖਤੇ ਜਿਗਰ ਸ਼ਹਿਜ਼ਾਦਾ ਮੁਅੱਜ਼ਮ ਭੇਜਿਆ ਗੁਰਾਂ ਕੋਲ। ਉਹ ਆ ਕੇ ਦਰਸ਼ਨ ਕਰਦਾ ਹੈ, ਨਾਲ ਬੇਨਤੀ ਕੀਤੀ ਜੀ ਬਾਬਾ ਰਾਮ ਰਾਏ ਜੀ ਕਹਿੰਦੇ ਨੇ ਗੁਰਤਾ ਗੱਦੀ ਮਲਕੀਅਤ ਸੀ ਉਹਨਾਂ ਦੀ, ਤੁਸੀਂ ਲੈ ਲਈ, ਕੀ ਕਹਿਣਾ ਚਾਹੁੰਦੇ ਹੋ? ਮੈਂ ਪਿਤਾ ਜੀ ਨੂੰ ਕਹਿੰਦਾ ਜਵਾਬ ਦੇਣਾ ਹੈ ਔਰੰਗਜ਼ੇਬ ਨੂੰ। ਮਹਾਰਾਜ ਕਹਿੰਦੇ ਦੇਖ ਤੇਰੇ ਪਿਤਾ ਦੇ ਤਖਤ ਵਾਂਗ ਗੁਰਤਾ ਗੱਦੀ ਕੋਈ ਜੱਦੀ ਮਲਕੀਅਤ ਦੀ ਸ਼ੈ ਨਹੀਂ ਹੈ।
भी जो वड्डे काके नूं ही मिलदी है। ये अकाल पुरख दे हुक्म विच जो मुकर्रर होवेगा इस तख्त दा वारस, उहदे हुक्म च ही गुरां ने गद्दी देनी है। जे ये जद्दी जायदाद हुंदी ते गुरु नानक साहब बाबे लहणे दी जगह अपने साहिबजादियां नूं गद्दी दिंदे। गुरु अंगद साहब अपने बच्चों की जगह गुरु अमरदास नूं क्यों बिठा रहे ने? क्योंकि ये प्रेमा भगती दे नाल तख्त मिलता है और अकाल पुरख दे हुक्म विच मिलता है। दूसरा, वड्डे भाई राम राय जी ने मिट्टी बेईमान की कहा है, मिट्टी मुसलमान की नूं शब्द है ना, मिट्टी मुसलमान की पेड़े पई घुमियार। गुरु नानक दे आशे दे उल्ट गए ने, ते जेड़ा गुरु नानक दे उल्ट जांदा वो तख्त दा वारस नहीं हो सकदा। सो इन्हां नाल बेइंसाफी नहीं हुई। ये अकाल पुरख वालों मुकर्रर सी साडी सेवा, ये दुनिया दे उत्ते आके लिखत नहीं हुई। सतगुर की वडियाई सतगुरु दिती, तुरहो हुक्म बुझ निशान। तुरहों जो हुक्म सी उहदे अकॉर्डिंग महाराज ने गद्दी देनी सी, उहदे दिती गुरु हरकृष्ण जी नूं। महाराज तो बचन सुन के ये वापस गया। शहजादा मुअज्जम जाके औरंगजेब नूं दस्सिया, उहदी निशा हो गई। उन्हें राजा जय सिंह नूं सद्दिया। ये जिहड़े मुसलमान ने ना करामात च बड़ा बलीव करते ने। गुरु दी करामात जय सिंह परखणी कर, मैनू तो दर्शन नहीं दे रहे। भावना दे नाल निमरता दे नाल परख ते सही भी एडे वड्डे गुरु नानक दे तख्त दे वारस ने। करामात है, सियाणप है, समझ है, जोग ने कि एवें लोग वेखा वेखी मत्था टेकी जाते ने। राजे ने ना महाराज नूं बेनती कीती, जी महलां विच जिथे उहदा आसन हुंदा सी उत्थे चरण पाओ। महाराज नूं नाल लैके चल पिया। कवि संतोख सिंह कहते ने औरंगजेब दे कहे चे कर्म कीता उसने। जिम अजमत कामल पहचानो, सहत निमरता तैसे ठानो। ये औरंगजेब ने कहा सी, परख कर। महाराज दरबार विच जाते ने, जय सिंह नाल लैके जांदा है। राणी नूं समझाया सी जय सिंह ने। देखो राजे दियां बड़ियां राणियां हुंदियां ने, पर जिहदे महलां विच सदीवी रहिंदा है ना, जो बहुती नेड़े उहनूं पटराणी कहंदे ने। सारियां राणियां ने वस्त्र सोहणे पाए, पटराणी नूं उहने ना दासी वाले पुराने वस्त्र पवा दित्ते। ते कहंदा गुरां नूं गलूए चों कोई बचन नहीं करना, असीं परखना है, तूं अंदर फुरना करी घर दे कोने विच बह के, भी जे गुरु पूरा ते मेरी गोद विच आके बैठ जावे, पहचान लवे भी मैं दासी नहीं राणी है, ते दासियां दे विच बह गई। एक दे करामात कहंदा राजा परख लवांगे, ते दूजा फायदा ये होवेगा तेरी गोद बह गए ते तेरे नाल नाल साडा सारे परिवार दा जीवन सफला। ते गोद बहण वाला तो फिर दिलबंद ही हुंदा है ना, पुत्तर ही हुंदा है। राणी ने इसे तरह किया। महाराज महलों च प्रवेश होए, सेवकां ने वंदना की। इधर उधर दृष्टि दड़ाउंदे ने महाराज, राजा जय सिंह नाल गल्लां करदे जांदे ने। हुण उस हिस्से गए जिथे राणियां ते दासियां ने। हुण महाराज नूं तो किसी ने कहा नहीं सी पहचान करो। हत्थ विच छड़ी फड़ी है फुल्लां वाली, ऐ लहराउंदे जा रहे ने। सारियां राणियां ने नमस्कार की, कोलों लंघ गए, दासियां नमस्कार की, ते छड़ी सिर ते लाउण एक दासी दे, दूजी दे, तीजी दे, ते गलूए तो कहण ये भी पटराणी नहीं, ये भी पटराणी नहीं। राजे दे मन च ख्याल प्रगट हो गया भी इन्हां नूं वेखो किवें ज्ञान है भी पटराणी दी खोज की जा रही है। ये भी तो नहीं सी ना बचन कहा महाराज नूं भी पटराणी लभणी है तुसीं। इत्थे कवि ज्ञानी ज्ञान सिंह कहंदे ने, पंथ प्रकाश विच तबै गुरु फुल शरी उठै कै, एक एक कै सीस छवै कै, नहीं पटराणी नहीं पटराणी, बोलत गए मुखों इहो बानी। अगे वधे गए।
ਤੇ ਦਾਸੀਆਂ ਦੇ ਵਿੱਚ ਇੱਕ ਦਾਸੀ ਦੇ ਕੋਲ ਗਏ ਤੇ ਉਹਦੇ ਸਿਰ ਤੇ ਛੜੀ ਰੱਖੀ ਪਾਸ ਖਲੋ ਕੇ ਨਾ। ਕਵੀ ਜੀ ਕਹਿੰਦੇ ਨੇ ਸੂਰਜ ਪ੍ਰਕਾਸ਼ ਵਿੱਚ, ਖਰੇ ਹੋਏ ਕਹਿ ਸ਼੍ਰੀ ਮੁਖ ਬਾਣੀ, ਸਭਨ ਸ਼ਿਰੋਮਣ ਤੂੰ ਹੈ ਪਟਰਾਣੀ। ਕਹਿੰਦੇ ਤੂੰ ਪਟਰਾਣੀ ਹੈ। ਗੋਦ ਵਿੱਚ ਗਏ ਬਹਿ, ਪਰ ਇੱਕ ਬਚਨ ਕਿਹਾ ਗਲੂਏ ਮੁਬਾਰਕ ਤੋਂ। ਕਹਿੰਦੇ ਜੇ ਪਰਮਾਤਮਾ ਨੇ ਸੁੱਖ ਲਿਖਿਆ ਹੈ ਜੀਵਨ ਵਿੱਚ, ਤੇ ਕਿਉਂ ਦਾਸੀ ਬਣ ਬਹਿਨੀ ਹੈ ਤੂੰ। ਗੁਰਾਂ ਦੀ, ਮਹਾਂਪੁਰਸ਼ਾਂ ਦੀ, ਸੰਤਾਂ ਦੀ ਪਰਖ ਨਹੀਂ ਲਈਦੀ। ਜਾ ਆਪਣੇ ਆਸਣ ਤੇ ਬਹਿ ਜੋ ਸ਼ੁਭ ਹੈ। ਰਾਣੀ ਉੱਠੀ ਹੈ, ਆਪਣੇ ਆਸਣ ਤੇ ਬਹਿ ਗਈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ, ਫੁਰਨਾ ਅੰਦਰ ਸੀ, ਤੁਸੀਂ ਕਿਵੇਂ ਜਾਣਦੇ ਹੋ? ਕਹਿੰਦੇ ਨੇ ਸਤਿਗੁਰ ਨੋ ਜੇਹਾ ਕੋ ਇਸ਼ ਦਾ ਤੇਹਾ ਫਲ ਪਾਏ ਕੋਏ। ਜੈਸੀ ਵੀ ਤੇਰੀ ਇੱਛਾ ਹੋਵੇ ਗੁਰੂ ਉਹੀ ਪੂਰੀ ਕਰ ਦਿੰਦਾ ਹੈ, ਉਹੀ ਤੈਨੂੰ ਫਲ ਪ੍ਰਾਪਤ ਹੋ ਜਾਵੇਗਾ। ਫਿਰ ਕਹਿ ਦਵਾਂ ਬਿਨ ਬੋਲਿਆਂ ਸਭ ਕਿਛ ਜਾਣਦਾ। ਇਹ ਉਹਦੀ ਅਜ਼ਮਤ ਹੈ। ਚਰਨੀ ਡਿੱਗ ਕੇ ਭੁੱਲ ਬਖਸ਼ਾਈ ਰਾਜੇ ਤੇ ਰਾਣੀ ਨੇ। ਮਹਾਰਾਜ ਪਾਤਸ਼ਾਹ ਗੁਰੂ ਦੀ ਅਜ਼ਮਤ ਨੂੰ ਦੱਸਿਆ ਔਰੰਗਜ਼ੇਬ ਨੂੰ। ਉਹ ਬੜੇ ਅਜ਼ਮਤੀ ਨੇ, ਕਾਮਲ ਨੇ, ਸਭ ਜਾਣ ਲਿਆ, ਸਭ ਬੁੱਝ ਲਿਆ। ਇਉਂ ਕਈ ਵਾਰ ਕੌਤਕ ਕੀਤੇ ਮਹਾਰਾਜ ਨੇ। ਯਕੀਨ ਹੋ ਗਿਆ ਔਰੰਗਜ਼ੇਬ ਨੂੰ ਇਹ ਸਰੀਰ ਬੱਚਿਆਂ ਵਾਲਾ ਹੈ, ਬਜ਼ੁਰਗੀ ਅੰਦਰ ਗੁਰੂ ਨਾਨਕ ਵਾਲੀ ਹੈ, ਜੋਤ ਉਹੀ ਟਿਕੀ ਹੋਈ ਹੈ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜ਼ੂਰੇ। ਪਤਾ ਕਿਉਂ ਜਾਣਦਾ? ਤੁਹਾਡੇ ਅੰਦਰ ਦੀ, ਕਿਉਂਕਿ ਤੁਹਾਡੇ ਅੰਦਰ ਜੋਤ ਰੂਪ ਬਣ ਕੇ ਰਹਿੰਦਾ ਹੈ ਗੁਰੂ ਹਰਕ੍ਰਿਸ਼ਨ। ਭਾਈ ਨੰਦ ਲਾਲ ਕਹਿੰਦੇ ਮੈਂ ਵੇਖਿਆ ਅੱਖਾਂ ਨਾਲ, ਹਰ ਜ਼ਰੇ 'ਚ ਗੁਰੂ ਗੋਬਿੰਦ ਹੈ, ਹਰ ਇੱਕ ਵਿੱਚ ਗੁਰੂ ਗੋਬਿੰਦ ਹੈ। ਮਹਾਰਾਜ ਦੋਵਾਂ ਆਲਮਾਂ ਵਿੱਚ ਰਹਿੰਦੇ ਨੇ। ਬਰਦੋ ਆਲਮ ਸ਼ਾਹਾ ਗੁਰੂ ਗੋਬਿੰਦ ਸਿੰਘ। ਦਿੱਲੀ 'ਚ ਨਾ ਚੇਚਕ ਦਾ ਰੋਗ ਪੈਦਾ ਹੋ ਗਿਆ। ਲਾ ਇਲਾਜ ਸੀ, ਉਦੋਂ ਇਲਾਜ ਨਹੀਂ ਸੀ। ਇੱਕ ਹੈਂਡਸਨ ਡਿਜ਼ੀਜ਼ ਹੈ, ਅਕੋੜ ਦੀ ਬਿਮਾਰੀ, ਇਹ ਵੀ ਉਦੋਂ ਲਾ ਇਲਾਜ ਸੀ। ਅੱਜ ਕੱਲ੍ਹ ਇਲਾਜ ਆ ਗਿਆ। ਜਿਵੇਂ ਹਾਲ ਦੀ ਘੜੀ ਕਹਿ ਦਿੰਦੇ ਨਾ ਕਰੋਨਾ ਦੀ ਮਹਾਂਮਾਰੀ 'ਚ ਜੀ ਇਹਦਾ ਕੋਈ ਇਲਾਜ ਨਹੀਂ ਹੈ, ਸਮਾਂ ਆਵੇਗਾ ਇਹਦਾ ਇਲਾਜ ਆ ਜਾਣਾ। ਪ੍ਰਕਿਰਤੀ ਨਾਲ ਅਸੀਂ ਖੇਡਣੋਂ ਹਟਦੇ ਨਹੀਂ। ਇੱਦਾਂ ਦਾ ਰੋਗ ਕੋਈ ਹੋਰ ਨਵਾਂ ਖੜਾ ਕਰ ਬਹਿਣਾ, ਫਿਰ ਅੱਧੀ ਕੁ ਦੁਨੀਆ ਉਸ ਰੋਗ ਨੇ ਮਾਰ ਦੇਣੀ ਹੁੰਦੀ। ਜਿੰਨੇ ਚਿਰ ਨੂੰ ਇਲਾਜ ਲੱਭਦੇ ਆ ਕੋਈ ਨਵਾਂ ਸਿਆਪਾ ਖੜਾ ਕਰ ਲੈਂਦੇ। ਅਸੀਂ ਖੇਡਦੇ ਹਾਂ ਨਾ ਕੁਦਰਤ ਨਾਲ। ਜਦੋਂ ਕੁਦਰਤ ਸਾਡੇ ਨਾਲ ਖੇਡਦੀ ਹੈ ਪਤਾ ਫਿਰ ਲੱਗਦਾ ਵੀ ਕਿਸ ਭਾਅ ਤੁਲਦੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਹਰਕ੍ਰਿਸ਼ਨ ਨੂੰ ਨਾ ਦਇਆ ਆ ਗਈ ਦਿੱਲੀ ਦੇ ਲੋਕਾਂ ਤੇ। ਇਉਂ ਸਮਝ ਲਓ ਵੀ ਆਏ ਹੀ ਰੋਗ ਕੱਟਣ ਸਨ। ਜਾਣਦੇ ਸਨ ਆਉਣ ਵਾਲਾ ਸਮਾਂ ਮਾੜਾ ਹੈ ਦਿੱਲੀ ਦਾ। ਚੇਚਕ ਦੇ ਰੋਗ ਦੇ ਨਾਲ ਲੋਕ ਮਰਨ ਲੱਗੇ, ਇਲਾਜ ਕੋਈ ਨਹੀਂ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਨਮੁਖ ਰਾਜਾ ਜੈ ਸਿੰਘ ਦੇ ਮਹਿਲਾਂ ਤੇ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ, ਸੰਗਤ ਆਉਂਦੀ ਹੈ, ਚਰਨਾਮ੍ਰਿਤ ਲੈਂਦੇ ਨੇ, ਰੋਗ ਹਟ ਜਾਂਦਾ ਹੈ। ਦਰਸ਼ਨ ਕਰਦੇ ਨੇ, ਰੋਗ ਹਟ ਜਾਂਦਾ ਹੈ। ਗੁਰੂ ਦੀ ਨਜ਼ਰ ਜਿਹਦੇ ਤੇ ਪੈਂਦੀ ਹੈ ਰੋਗ ਹਟ ਜਾਂਦਾ ਹੈ। ਭਾਈ ਨੰਦ ਲਾਲ ਜੀ ਨੂੰ ਪੁੱਛੋ ਕੀ ਗੁਰੂ ਹਰਕ੍ਰਿਸ਼ਨ ਵਿੱਚ ਇਹ ਤਾਕਤ ਹੈ? ਗੰਜਨਾਮੇ ਦੇ ਫਾਰਸੀ ਦੇ ਬੋਲ ਨੇ, ਹਮਾ ਸਾਇਲੇ ਲੁਤਫੇ ਹਕ ਬਰਦਰਸ਼ ਜ਼ਮੀਨੋ ਜ਼ਾਮਾ ਜ਼ੁਮਲੇ ਫਰਮਾ ਬਰਸ਼। ਕਹਿੰਦੇ ਗੁਰੂ ਹਰਕ੍ਰਿਸ਼ਨ ਅਕਾਲ ਪੁਰਖ ਦੇ ਸਰੂਪ ਨੇ, ਔਰ ਉਹਨਾਂ ਦੇ ਦਰ ਤੇ ਲੱਖਾਂ ਲੋਕ ਮਿਹਰਬਾਨੀਆਂ ਦੇ ਜਾਚਕ ਹੋ ਕੇ ਖਲੋਤੇ ਰਹਿੰਦੇ ਨੇ। ਝੋਲੀ ਅੱਡ ਕੇ ਸਾਡਾ ਰੋਗ ਸੋਗ ਹਰ ਲੈ, ਸਾਨੂੰ ਦੌਲਤਾਂ ਸ਼ੌਹਰਤਾਂ ਬਖਸ਼ ਦੇ। ਏਡਾ ਵੱਡਾ ਹੈ ਗੁਰੂ ਹਰਕ੍ਰਿਸ਼ਨ। ਜ਼ਮੀਨ ਤੇ ਜ਼ਮਾਨ ਦੇ ਉਹ ਮਾਲਕ ਨੇ, ਅਸਮਾਨ ਦੇ ਉਹ ਮਾਲਕ ਨੇ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਇੱਦਾਂ ਰੋਗ ਦੂਰ ਹੋ ਸਕਦੇ? ਹਕੀਮਾਂ ਦੀ ਲੋੜ ਫਿਰ ਕਿਉਂ ਪੈਂਦੀ ਹੈ? ਕਹਿੰਦੇ ਜਿਹਦੀ ਭਾਵਨਾ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਫਿਰ ਕੀ ਹੋਵੇਗਾ? ਮਹਾਰਾਜ ਕਹਿੰਦੇ ਨੇ ਗੁਰ ਚਰਣੀ ਜਾਕਾ ਮਨ ਲਾਗੈ, ਦੁਖ ਦਰਦ ਭ੍ਰਮ ਤਾਕਾ ਭਾਗੈ। ਜਿਹੜਾ ਗੁਰੂ ਦੇ ਚਰਨੀ ਲੱਗ ਗਿਆ, ਦੁੱਖ ਸਰੀਰ ਦੇ ਤਲ ਤੇ ਹੈ,
ਸੋਗ ਮਨ ਦੇ ਤਲ ਤੇ ਡਿਪਰੈਸ਼ਨ ਚਿੰਤਾ ਦੋਵੇਂ ਮਿਟ ਜਾਂਦੇ ਨੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ। ਖੈਰ ਲੋਕਾਈ ਦੇ ਰੋਗ ਮਿਟਾ ਰਹੇ ਸਨ ਤੇ ਐਸੀ ਕਰਨੀ ਵੇਖ ਕੇ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਵਿੱਚ ਦਸਮ ਬਾਣੀ ਵਿੱਚ ਬੋਲ ਕੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਡਿੱਠਿਆਂ ਹੀ ਵੇਂਦਿਆਂ ਹੀ ਦੁੱਖ ਦੂਰ ਹੋ ਜਾਂਦੇ ਨੇ। ਹੁਣ ਭਲਾ ਕਰ ਰਹੇ ਨੇ ਲੋਕਾਈ ਦਾ। ਇੱਕ ਸਿਧਾਂਤ ਹੈ ਗੁਰੂ ਘਰ ਦਾ, ਲੋਕਾਈ ਦਾ ਭਲਾ ਕਰਨਗੇ, ਰੋਗ ਸੋਗ ਮਿਟਾਉਣਗੇ, ਪਰ ਜਿਹੜੀ ਕਲਮ ਨਿਰਗੁਣ ਸਰੂਪ ਨੇ ਗੁਰੂ ਕੇ ਸਰਗੁਣ ਸਰੂਪ ਦੇ ਲਈ ਜੀਵਨ ਬਾਬਤ ਲਿਖੀ ਹੋਈ ਹੈ ਨਾ, ਉਹਦੇ 'ਚ ਦਖਲ ਨਹੀਂ ਦਿੰਦੇ। ਚੇਚਕ ਦਾ ਰੋਗ ਮਹਾਰਾਜ ਦੇ ਪੰਜ ਭੂਤਕ ਸਰੀਰ ਨੂੰ ਲੱਗਾ। ਸਿੱਖਾਂ ਆਖਿਆ ਇੰਨੀ ਅਜ਼ਮਤ ਮਹਾਰਾਜ, ਲੋਕਾਈ ਦੇ ਦੁੱਖ ਕੱਟ ਲਏ, ਆਪਣਾ ਵੀ ਦੂਰ ਕਰੋ। ਮਹਾਰਾਜ ਕਹਿੰਦੇ ਨਹੀਂ, ਹੁਕਮ ਹੈ ਅਕਾਲ ਪੁਰਖ ਦਾ। ਅਸਲ ਕਹਿੰਦੇ ਗੱਲ ਇਹ ਹੈ ਵੀ ਅਕਾਲ ਪੁਰਖ ਨੇ 10 ਜਾਮੇ ਧਾਰਨੇ ਨੇ। ਪਹਿਲਾ ਗੁਰੂ ਨਾਨਕ ਸੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਔਰ 10 ਜਾਮਿਆਂ ਵਿੱਚ ਜਿੰਨੀ ਜਿੰਨੀ ਸੇਵਾ ਲਿਖੀ ਹੈ ਓਨੀ ਓਨੀ ਹੀ ਕਰਨੀ ਹੈ। ਸਾਨੂੰ ਜਿੰਨੀ ਸੇਵਾ ਲਾਈ ਸੀ ਅਸੀਂ ਉਹ ਜਿਹੜੀ ਸੇਵਾ ਹੈ ਨਿਭਾ ਚੱਲੇ ਹੈ। ਤੇ ਜੇ ਚੇਚਕ ਰੋਗ ਦੂਰ ਕਰ ਲਿਆ ਆਪਣਾ, ਤੇ ਲੋਕਾਂ ਕਹਿਣਾ ਸਾਨੂੰ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਹੋ ਤੇ ਆਪ ਡਰ ਗਏ ਚੇਚਕ ਦੇ ਰੋਗ ਤੋਂ, ਜਾਨ ਪਿਆਰੀ ਹੋ ਗਈ। ਮੈਂ ਫਿਰ ਕਹਿ ਦੇਵਾਂ ਗੁਰੂ ਸਮਰੱਥ ਹੈ, ਕਿਤ ਮੁਖ ਗੁਰ ਸਾਲਾਹੀ ਹੈ ਕਰਨ ਕਾਰਨ ਸਮਰੱਥ। ਪਰ ਜੇ ਉਹ ਆਪਦਾ ਚੇਚਕ ਦਾ ਰੋਗ ਦੂਰ ਕਰਦੇ ਤੇ ਤੁਹਾਡੇ ਮੇਰੇ ਵਰਗੇ ਹੀ ਕਹਿਣਾ ਸੀ ਬਾਬਾ ਡਰ ਗਿਆ ਮੌਤ ਤੋਂ। ਦੀਨ ਦੁਨੀਆ ਦੇ ਮਾਲਕ ਕਹਿੰਦੇ ਅਸੀਂ ਭਾਣੇ ਵਿੱਚ ਚੱਲਣਾ ਹੈ। ਹੁਣ ਜਾਮਾ ਬਦਲਣ ਦਾ ਸਮਾਂ ਹੈ, ਜੋਤ ਇੱਥੇ ਹੀ ਰਹੇਗੀ, ਵੈਰਾਗ ਕਾਹਦਾ ਕਰਦੇ ਹੋ। ਬਾਣੀ ਕਹਿੰਦੀ ਹੈ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਹੁਕਮ ਮੰਨੇ ਸਿਰਦਾਰ ਦਰਦੀ ਬਾਣੀਐ। ਦਰਗਾਹ ਵਿੱਚ ਅਕਾਲ ਪੁਰਖ ਦੇ ਦਰ ਤੇ ਸਰਦਾਰ ਉਹ, ਮਾਲਕ ਉਹ, ਆਗੂ ਉਹ ਸ਼ਬਦ ਜਿਹੜਾ ਅਕਾਲ ਪੁਰਖ ਦੇ ਹੁਕਮ 'ਚ ਚੱਲੇ। ਜਿਹੜਾ ਹੁਕਮ ਦੂਲੀ ਕਰੇ ਉਹਦੇ ਪੱਲੇ ਕੁਝ ਨਹੀਂ ਰਹਿੰਦਾ। ਫਿਰ ਕਿਹਦੇ ਲੜ ਲਾ ਕੇ ਮਹਾਰਾਜ ਚੱਲੇ ਹੋ? ਤੇ ਗੁਰੂ ਹਰਕ੍ਰਿਸ਼ਨ ਕਹਿੰਦੇ ਬਾਬਾ ਬਕਾਲੇ। ਰਿਸ਼ਤੇ ਵਿੱਚ ਬਾਬਾ ਲੱਗਦੇ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ। ਬਕਾਲੇ ਹੈ ਬਾਬਾ, ਜਾਓ ਚਲੇ ਜਾਓ। ਇਹ ਜੋਤ ਹੁਣ ਉੱਥੇ ਟਿਕੇਗੀ। 9ਵੇਂ ਜਾਮੇ 'ਚ ਜੋਤ ਟਿਕੀ। ਕੀ ਕਹਿੰਦੇ ਨੇ? ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਪਲਟੀ ਹੈ, ਜੋਤ ਹੋਈ ਰਹੀ। ਜਿਹੜਾ ਛਤਰ ਗੁਰੂ ਹਰਕ੍ਰਿਸ਼ਨ ਜੀ ਤੇ ਝੁੱਲਦਾ ਸੀ ਗੁਰੂ ਤੇਗ ਬਹਾਦਰ ਤੇ ਝੁੱਲਿਆ। ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਜੋ ਗੁਰੂ ਨਾਨਕ ਤੇ ਝੁੱਲਦਾ ਛਤਰ ਸੀ ਗੁਰੂ ਅੰਗਦ ਤੇ ਝੁੱਲਿਆ, ਇਉਂ 10 ਪਾਤਸ਼ਾਹੀਆਂ ਤੇ ਝੁੱਲਿਆ। ਅੱਜ ਉਹ ਛਤਰ ਕਿੱਥੇ ਝੁੱਲਦਾ ਹੈ? ਪੋਥੀ ਪਰਮੇਸ਼ਰ ਕਾ ਥਾਨ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਏ। ਇਹਦੇ ਤੋਂ ਲਹਿਦਾ ਸਾਰੇ ਬਾਣੀ ਪੜ੍ਹਨ ਵਾਲੇ ਗੁਰਮੁਖ ਹੋ ਸਕਦੇ ਨੇ, ਸੰਤ ਹੋ ਸਕਦੇ ਨੇ, ਮਹਾਂਪੁਰਸ਼ ਹੋ ਸਕਦੇ ਨੇ, ਪਰ ਗੁਰੂ ਨਹੀਂ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਨੇ। ਮਹਾਰਾਜ ਚੇਤਰ ਸੁਦੀ 14 1721 ਬਿਕਰਮੀ ਸੰਮਤ ਨੂੰ ਪੰਜ ਭੂਤਕ ਸਰੀਰ ਤਿਆਗ ਕੇ ਅਗੰਮੀ ਜੋਤ ਗੁਰੂ ਤੇਗ ਬਹਾਦਰ ਜੀ ਵਿੱਚ ਟਿਕਾ ਕੇ ਇੱਥੋਂ ਚਲੇ ਜਾਂਦੇ ਨੇ। ਅਖੀਰਲੇ ਸਮੇਂ ਦਿੱਲੀ ਜਮਨਾ ਦੇ ਕਿਨਾਰੇ ਆਸਣ ਲੈ ਗਏ ਸਨ। ਉੱਥੇ ਇਹ ਚੋਲਾ ਤਿਆਗਣਾ ਕੀਤਾ ਪਾਤਸ਼ਾਹ ਨੇ। 7 ਸਾਲ ਤੇ 8 ਮਹੀਨੇ ਦੀ ਸਾਰੀ ਅਵਸਥਾ, 8 ਸਾਲਾਂ ਦੇ ਵਿੱਚ ਵਿੱਚ ਕੋਈ 2.5 ਸਾਲ ਗੁਰਤਾ ਗੱਦੀ ਤੇ ਬੈਠੇ ਨੇ। ਪਰ ਤੁਸੀਂ ਸਮਝੋ ਵੀ 2.5 ਸਾਲਾਂ 'ਚ ਕਿੰਨੀ ਕੁ ਕਰਾਮਾਤ ਦਿਖਾਈ ਹੋਵੇਗੀ ਵੀ ਸਾਨੂੰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸਿੱਖ ਕੌਮ ਦੀ ਆਬਾਦੀ ਹੈ, ਇਹ ਪੜ੍ਹਨਾ ਪੈਂਦਾ ਹੈ ਅਰਦਾਸ ਵਿੱਚ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਐਸੀ ਅਜ਼ਮਤ ਸੀ ਉਹਨਾਂ ਦੀ। ਉਹ ਅੱਜ ਵੀ ਹਾਜ਼ਰਾ ਹਜ਼ੂਰ ਨੇ। ਜਿੱਦਾਂ ਤੁਸੀਂ ਚਾਹੋ ਉੱਦਾਂ ਹੀ ਦਰਸ਼ਨ ਦੇਣਗੇ। ਸ਼ਬਦ ਰੂਪ 'ਚ ਕਰਨੇ ਤੇ ਬੈਠੇ ਨੇ, ਸਰਗੁਣ ਰੂਪ 'ਚ ਕਰਨੇ ਬਾਲਾ ਪ੍ਰੀਤਮ ਦੇ। ਅੱਖ ਵੇਖਣ ਵਾਲੀ ਚਾਹੀਦੀ ਹੈ, ਦਰਸ਼ਨ ਦੇਣਗੇ। ਨਿਰਗੁਣ ਤੌਰ 'ਤੇ ਖੁਦਾ ਦਾ ਰੂਪ ਨੇ। ਅਗੰਮੀ ਵਡਿਆਈ ਹੈ ਉਹਨਾਂ ਦੀ, ਜਿੰਨੀ ਚਾਹੇ ਬਿਆਨ ਕਰੀਏ ਕੋਈ ਅੰਤ ਨਹੀਂ ਆ ਸਕਦਾ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਭੁੱਲ ਚੁੱਕ ਦੀ ਖਿਮਾ।
गुरु की बाणी, गुरु का इतिहास अगम ही है। विचार करदियां बेअंत त्रुटियां रह जांदियां ने, आप संगत ने खिमा कर देनी। गुरु की बाणी इतिहास हिरदे च टकाओ, ये जीवन सफला होवे। खंडे दी पौल छको, गुरु वाले बनो, नितनेम करो, रब दे गीत गाया करो, अपने धर्म विच परपक्क रहो। केसां दी बेअदबी छड्डिए, नशे छड्डिए, गुरु वाले बणीए। गुरु नानक दी फुलवाड़ी प्रफुल्लत रवे। सुबह बंगला साहिब हाजरी है, आप संगत ने सरवण करना। फिर 6 ਅਤੇ 7 तरीक ਨੂੰ गुरुद्वारा शीशगंज साहिब भी हाज़री है। आप संगतां लाहा प्राप्त करियो जी। प्रबंधकां दा धन्नवाद, गुरु ग्रंथ साहिब पातशाह दा कोटान कोट धन्नवाद, संगत दा धन्नवाद। वाहिगुरू जी का खालसा, वाहिगुरू जी की फतेह।